आज़ादी का अमृत महोत्सव ਨੂੰ ਸਮਰਪਿਤ ਆਜ਼ਾਦੀ का ਸਫ਼ਰ ਤਹਿਤ ਅਸੀਂ ਭਾਰਤੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪ੍ਰਮੰਨੇ ਅਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਤੋਂ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਦੇ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਅਸੀਂ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਮਹਾਨ ਕ੍ਰਾਂਤੀਕਾਰੀ ਪ੍ਰੀਤੀਲਤਾ ਅਤੇ ਸੁਤੰਤਰਤਾ ਸੈਨਾਨੀ ਪੀਕਾ ਜੀ ਰੁਸਤਮ ਕਾਮਾ ਬਾਰੇ ਜਾਣਕਾਰੀ ਦੇ ਰਹੇ ਹਾਂ। ਪੇਸ਼ ਹੈ ਇੱਕ ਖਾਸ ਰਿਪੋਰਟ। ਅਸੀਂ ਗੱਲ ਕਰ ਰਹੇ ਹਾਂ ਭਾਰਤ ਦੀ ਮਹਾਨ ਕ੍ਰਾਂਤੀਕਾਰੀ ਪ੍ਰੀਤੀਲਤਾ ਵਾਦੇਦਾਰ ਦੀ। ਆਜ਼ਾਦੀ ਲਈ ਕੁਰਬਾਨੀ ਦਿੰਦਿਆਂ 24 ਸਤੰਬਰ 1932 ਨੂੰ ਉਹਨਾਂ ਨੇ ਆਪਣੇ ਪ੍ਰਾਣ ਤਿਆਗ ਦਿੱਤੇ ਜਦ ਉਹਨਾਂ ਦੀ ਉਮਰ ਮਹਿਜ਼ 21 ਸਾਲ ਦੀ ਸੀ। ਆਜ਼ਾਦੀ ਸੰਗਰਾਮ ਨੂੰ ਲੈ ਕੇ ਉਹਨਾਂ ਵਿੱਚ ਬਚਪਨ ਤੋਂ ਹੀ ਜਨੂੰਨ ਸੀ। ਸਕੂਲੀ ਦਿਨਾਂ ਤੋਂ ਹੀ ਉਹ ਰਾਣੀ ਲక్ష్ਮੀ ਬਾਈ ਦੀ ਹਿੰਮਤ ਤੋਂ ਪ੍ਰਭਾਵਿਤ ਸੀ। ਕੋਲਕਾਤਾ ਤੋਂ ਪੜ੍ਹਾਈ ਪੂਰੀ ਕਰਨ ਮਗਰੋਂ ਆਪਣੇ ਸ਼ਹਿਰ ਚਟਗਾਉਂ ਪਰਤੀ ਤੇ ਉਹ ਉੱਥੋਂ ਦੇ ਇੰਗਲਿਸ਼ ਮੀਡੀਅਮ ਸੈਕੰਡਰੀ ਸਕੂਲ ਵਿੱਚ ਮੁੱਖ ਅਧਿਆਪਕਾ ਨਿਯੁਕਤ ਹੋ ਗਈ। ਇੱਥੇ ਪ੍ਰੀਤੀਲਤਾ ਦਾ ਸੰਪਰਕ ਪ੍ਰਸਿੱਧ ਸੁਤੰਤਰਤਾ ਸੈਨਾਨੀ ਮਾਸਟਰ ਦਸੂਰੇ ਸੇਨ ਨਾਲ ਹੋਇਆ ਤੇ ਕ੍ਰਾਂਤੀਕਾਰੀ ਅੰਦੋਲਨ ਵਿੱਚ ਉਹ ਸ਼ਾਮਲ ਹੋ ਗਈ। কত প্রাণ হলো বলিদান লেখা আছে অশ্রু জলে কত বিপ্লবী বন্ধুর রক্তে রাঙা বন্দিশালার ওই শিকড় ভাঙা। ਪ੍ਰੀਤੀਲਤਾ ਮੰਨਦੀ ਸੀ ਕਿ ਅੰਗਰੇਜ਼ਾਂ ਦੇ ਨਾਲ ਹਥਿਆਰਬੰਦ ਸੰਘਰਸ਼ ਵਿੱਚ ਮਹਿਲਾਵਾਂ ਨੂੰ ਵੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਪ੍ਰੀਤੀ ਦਾ ਇੱਕ ਭਰਾ ਕ੍ਰਾਂਤੀਕਾਰੀ ਦਲ ਵਿੱਚ ਸ਼ਾਮਲ ਸੀ। ਉਸਨੇ ਹੀ ਪ੍ਰੀਤੀ ਨੂੰ ਸੂਰਿਆ ਸੇਨ ਨਾਲ ਮਿਲਾਇਆ ਸੀ। ਸੂਰਿਆ ਸੇਨ ਨੇ ਪ੍ਰੀਤੀਲਤਾ ਨੂੰ ਆਪਣੇ ਕ੍ਰਾਂਤੀਕਾਰੀ ਦਲ ਦੀ ਪਹਿਲੀ ਮਹਿਲਾ ਮੈਂਬਰ ਬਣਾ ਲਿਆ। ਕ੍ਰਾਂਤੀਕਾਰੀ ਅੰਦੋਲਨ ਵਿੱਚ ਸ਼ਾਮਲ ਹੁੰਦਿਆਂ ਹੀ ਪ੍ਰੀਤੀ ਅੰਗਰੇਜ਼ਾਂ ਦੇ ਖਿਲਾਫ ਹਥਿਆਰਬੰਦ ਅੰਦੋਲਨਾਂ ਵਿੱਚ ਸ਼ਾਮਲ ਹੋ ਗਈ। ਟੈਲੀਫੋਨ ਤੇ ਟੈਲੀਗ੍ਰਾਫ ਦਫ਼ਤਰ ਨੂੰ ਤਬਾਹ ਕਰਨ ਦੇ ਨਾਲ 1932 ਦੇ ਜਲਾਲਾਬਾਦ ਪਹਾੜੀ ਤੇ ਸਥਿਤ ਰਿਜ਼ਰਵ ਪੁਲਿਸ ਲਾਈਨ ਉੱਪਰ ਕਬਜ਼ੇ ਵਾਸਤੇ ਹੋਏ ਕ੍ਰਾਂਤੀਕਾਰੀ ਆਪਰੇਸ਼ਨ ਵਿੱਚ ਵੀ ਉਹ ਸ਼ਾਮਲ ਰਹੀ। ਕ੍ਰਾਂਤੀਕਾਰੀਆਂ ਦੀ ਯੋਜਨਾ ਮੁਤਾਬਕ ਬਾਅਦ ਵਿੱਚ ਚਟਗਾਉਂ ਦੀ ਪਹਾੜੀ ਦੀ ਢਲਾਨ ਤੇ ਸਥਿਤ ਅੰਗਰੇਜ਼ਾਂ ਦੇ ਕਲੱਬ ਉੱਪਰ ਹਮਲਾ ਕਰਨ ਵਾਲੇ ਦਲ ਦੀ ਪ੍ਰੀਤੀਲਤਾ ਨੇ ਅਗਵਾਈ ਕੀਤੀ। ਇਸ ਵਿੱਚ 15 ਕ੍ਰਾਂਤੀਕਾਰੀ ਸ਼ਾਮਲ ਸਨ। ਉਸ ਦਿਨ ਪ੍ਰੀਤੀਲਤਾ ਮਰਦਾਂ ਦੀ ਪੋਸ਼ਾਕ ਵਿੱਚ ਸੀ। ਗੋਲੀਬਾਰੀ ਵਿੱਚ ਉਹਨਾਂ ਨੂੰ ਗੋਲੀ ਲੱਗੀ। ਜ਼ਖਮੀ ਹਾਲਤ ਵਿੱਚ ਉਹਨਾਂ ਨੇ ਦੌੜਨ ਦਾ ਯਤਨ ਵੀ ਕੀਤਾ ਤੇ ਜਦ ਨਾਕਾਮ ਰਹੀ ਤਾਂ ਸਾਇਨਾਈਡ ਖਾ ਕੇ ਆਪਣੀ ਜਾਨ ਦੇ ਦਿੱਤੀ। ਪ੍ਰੀਤੀਲਤਾ ਨਹੀਂ ਰਹੀ ਪਰ ਉਸ ਦੇ ਇਸ ਅਮਰ ਬਲੀਦਾਨ ਨੇ ਕ੍ਰਾਂਤੀ ਦੀ ਅੱਗ ਵਿੱਚ ਘਿਓ ਦਾ ਕੰਮ ਕੀਤਾ। ਪ੍ਰੀਤੀ ਕ੍ਰਾਂਤੀਕਾਰੀਆਂ ਦੀ ਪ੍ਰੇਰਨਾ ਬਣ ਗਈ। ਰਾਸ਼ਟਰ ਪ੍ਰੇਮ ਨਾਲ ਭਰਪੂਰ ਉਸ ਵੀਰ ਨਾਰੀ ਨੂੰ ਸ਼ਤ-ਸ਼ਤ ਪ੍ਰਣਾਮ। ਅੱਜ ਸੁਤੰਤਰਤਾ ਸੈਨਾਨੀ ਪੀਕਾ ਜੀ ਰੁਸਤਮ ਕਾਮਾ ਦੀ ਜਯੰਤੀ ਵੀ ਹੈ। ਮੈਡਮ ਕਾਮਾ ਦੇ ਨਾਂ ਨਾਲ ਲੋਕਪ੍ਰਿਯ ਪੀਕਾ ਜੀ ਦਾ ਜਨਮ 24 ਸਤੰਬਰ 1861 ਨੂੰ ਮੁੰਬਈ ਦੇ ਇੱਕ ਪਾਰਸੀ ਪਰਿਵਾਰ ਵਿੱਚ ਹੋਇਆ ਸੀ। ਲੰਡਨ ਵਿੱਚ ਉਹਨਾਂ ਦੀ ਮੁਲਾਕਾਤ ਰਾਸ਼ਟਰਵਾਦੀ ਸ਼ਿਆਮਜੀ ਕ੍ਰਿਸ਼ਨ ਵਰਮਾ ਤੇ ਦਾਦਾਬਾਈ ਨੌਰੋਜੀ ਨਾਲ ਹੋਈ। ਉਹਨਾਂ ਦੀ ਪ੍ਰੇਰਨਾ ਸਦਕਾ ਹੀ ਮੈਡਮ ਕਾਮਾ ਭਾਰਤੀ ਆਜ਼ਾਦੀ ਸੰਗਰਾਮ ਵਿੱਚ ਜੁਟ ਗਈ। ਕਾਮਾ ਨੇ 1905 ਵਿੱਚ ਲੰਡਨ ਵਿੱਚ ਇੰਡੀਅਨ ਹੋਮ ਰੂਲ ਸੁਸਾਇਟੀ ਦੀ ਸਥਾਪਨਾ ਕਰਨ ਵਿੱਚ ਮਦਦ ਕੀਤੀ। ਬਾਅਦ ਵਿੱਚ ਉਹ ਪੈਰਿਸ ਚਲੀ ਗਈ ਤੇ ਪੈਰਿਸ ਇੰਡੀਅਨ ਸੁਸਾਇਟੀ ਦੀ ਸਥਾਪਨਾ ਵਿੱਚ ਸਹਿਯੋਗ ਦਿੱਤਾ। ਵਿਦੇਸ਼ ਵਿੱਚ ਰਹਿ ਕੇ ਭਾਰਤੀ ਆਜ਼ਾਦੀ ਦੇ ਅੰਦੋਲਨ ਵਿੱਚ ਸ਼ਾਮਲ ਕਈ ਲੋਕਾਂ ਨਾਲ ਮਿਲ ਕੇ ਨਾ ਸਿਰਫ ਕ੍ਰਾਂਤੀਕਾਰੀ ਸਾਹਿਤ ਲਿਖਿਆ ਬਲਕਿ ਉਸ ਨੂੰ ਪ੍ਰਕਾਸ਼ਿਤ ਕਰਵਾ ਕੇ ਲੋਕਾਂ ਤੱਕ ਪਹੁੰਚਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਭਾਰਤ ਦੀ ਆਜ਼ਾਦੀ ਦੇ ਲਈ ਲਗਾਤਾਰ ਸਰਗਰਮ ਮੈਡਮ ਕਾਮਾ ਨੇ ਸਟਟਗਾਰਡ ਵਿੱਚ ਹੋਈ ਦੂਜੀ ਸੋਸ਼ਲਿਸਟ ਕਾਂਗਰਸ ਵਿੱਚ ਵੀ ਹਿੱਸਾ ਲਿਆ। 22 ਅਗਸਤ 1907 ਨੂੰ ਇਸ ਸੰਮੇਲਨ ਵਿੱਚ ਉਹਨਾਂ ਨੇ ਮਨੁੱਖੀ ਅਧਿਕਾਰ ਅਤੇ ਸਮਾਨਤਾ ਦੇ ਸਵਾਲ ਤਾਂ ਚੁੱਕੇ ਹੀ ਬਰਤਾਨਵੀ ਹਕੂਮਤ ਤੋਂ ਭਾਰਤ ਦੀ ਆਜ਼ਾਦੀ ਦੀ ਅਪੀਲ ਵੀ ਕੀਤੀ। ਕਾਮਾ ਨੇ ਉੱਥੇ ਇੱਕ ਝੰਡਾ ਵੀ ਲਹਿਰਾਇਆ ਜਿਸ ਨੂੰ ਉਹਨਾਂ ਨੇ ਭਾਰਤੀ ਆਜ਼ਾਦੀ ਦਾ ਝੰਡਾ ਕਿਹਾ। ਬਾਅਦ ਵਿੱਚ ਇਸ ਝੰਡੇ ਨੂੰ ਇੰਦੂ ਲਾਲ ਜਾਗਿਕ ਭਾਰਤ ਲੈ ਕੇ ਆਈ ਤੇ ਉਸ ਨੂੰ ਪੁਣੇ ਦੇ ਮਰਾਠਾ ਤੇ ਕੇਸਰੀ ਲਾਇਬ੍ਰੇਰੀ ਵਿੱਚ ਰੱਖਿਆ ਗਿਆ। ਮੈਡਮ ਕਾਮਾ ਦੇ ਹੀ ਡਿਜ਼ਾਈਨ ਕੀਤੇ ਗਏ ਉਸ ਝੰਡੇ ਦੀ ਹੀ ਬੁਨਿਆਦ ਉੱਤੇ ਭਾਰਤੀ ਸਵੈਮਾਣ ਦਾ ਪ੍ਰਤੀਕ ਮੌਜੂਦਾ ਝੰਡਾ ਬਣਾਇਆ ਗਿਆ। ਆਜ਼ਾਦੀ ਲਈ ਮੈਡਮ ਕਾਮਾ ਦੇ ਸੰਘਰਸ਼ ਤੇ ਤਿਆਗ ਦੀ ਵਿਰਾਸਤ ਨੂੰ ਭਾਰਤ ਨੇ ਸਨਮਾਨ ਨਾਲ ਸੰਜੋਇਆ ਏ
26 ਜਨਵਰੀ 1962 ਨੂੰ ਡਾਕ ਅਤੇ ਤਾਰ ਵਿਭਾਗ ਨੇ ਉਹਨਾਂ ਦੇ ਸਨਮਾਨ ਅਤੇ ਯਾਦ ਵਿੱਚ ਇੱਕ ਡਾਕ ਟਿਕਟ ਜਾਰੀ ਕੀਤਾ। ਮੈਡਮ ਕਾਮਾ ਦਾ ਜੀਵਨ ਹੌਸਲੇ, ਵਚਨਬੱਧਤਾ ਤੇ ਰਾਸ਼ਟਰ ਪ੍ਰੇਮ ਦੀ ਮਿਸਾਲ ਰਿਹਾ। ਮਹਾਨ ਸੁਤੰਤਰਤਾ ਸੈਨਾਨੀ ਨੂੰ ਸ਼ਤ-ਸ਼ਤ ਪ੍ਰਣਾਮ।